ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। परम सन्मानियो गुरु खालसा साध संगत जी, वाहिगुरु जी का खालसा वाहिगुरु जी की फतेह। एक हरिदास नामी ब्राह्मण बीकानेर नगर विच ਰਿਹਾ ਕਰਦਾ ਸੀ ਤੇ ਉਹ ਜਨਮ ਦਾ ਤਾਂ ਬ੍ਰਾਹਮਣ ਸੀ, ਪਰ ਸਾਰੀ ਉਮਰ ਉਸਨੇ ਵਿਸ਼ੇ ਵਿਕਾਰਾਂ, ਸ਼ਰਾਬ, ਮਾਸ ਆਦਿ ਖਾਣ ਵਿੱਚ ਤੇ ਵੇਸਵਾ ਗਮਨ ਆਦਿਕਾਂ ਵਿੱਚ ਗੁਜ਼ਾਰੀ ਸੀ। ਗੱਲ ਕਾਹਦੀ, ਕਦੇ ਕੋਈ ਚੰਗਾ ਕੰਮ ਨਹੀਂ ਸੀ ਕੀਤਾ। ਸਦਾ ਝੂਠ ਬੋਲਦਾ ਤੇ ਪਰਾਇਆ ਧਨ ਲੁੱਟਦਾ ਤੇ ਛਲ ਧਰੋਹ ਵਿੱਚ ਮਸਤ ਰਿਹਾ ਕਰਦਾ। ਕਦੇ ਭੁੱਲ ਕੇ ਵੀ ਯੱਗ, ਤਪੱਸਿਆ, ਦਇਆ ਆਦਿਕਾਂ ਨੂੰ ਗ੍ਰਹਿਣ ਨਹੀਂ ਸੀ ਕਰਦਾ। ਇਸੇ ਤਰ੍ਹਾਂ ਹੀ ਉਸ ਦੀ ਸਾਰੀ ਉਮਰ ਬੀਤ ਗਈ ਤੇ ਇੱਕ ਦਿਨ ਉਸ ਦਾ ਸਰੀਰ ਬਿਨਸ ਗਿਆ। ਉਸ ਦੇ ਭਾਈ ਭਰਾਵਾਂ ਨੇ ਉਸ ਦੀ ਦੇਹ ਦਾ ਸੰਸਕਾਰ ਕਰਨ ਵਾਸਤੇ ਉਸ ਨੂੰ ਬਿਬਾਨ ਤੇ ਪਾਇਆ ਤੇ ਸ਼ਮਸ਼ਾਨ ਘਾਟ ਨੂੰ ਲੈ ਤੁਰੇ। ਜਦੋਂ ਸ਼ਮਸ਼ਾਨ ਭੂਮੀ ਵਿੱਚ ਉਸ ਨੂੰ ਲਿਆ ਕੇ ਟਿਕਾਇਆ ਤਾਂ ਅੱਗੇ ਇੱਕ ਮਹਾਤਮਾ ਪੁਰਖ ਆਪਣੇ ਕਿਸੇ ਸੰਬੰਧੀ ਦਾ ਸੰਸਕਾਰ ਕਰਕੇ ਵਾਪਸ ਆ ਰਹੇ ਸਨ। ਉਹਨਾਂ ਦੇ ਚਰਨਾਂ ਦੀ ਧੂੜ ਉੱਡੀ, ਸੋ ਇਸ ਪੰਡਤ ਜੀ ਦੇ ਸਰੀਰ ਤੇ ਪੈ ਗਈ ਤੇ ਉਹ ਚਲੇ ਆਏ। ਹੁਣ ਹਰੀਦਾਸ ਨੂੰ ਧਰਮਰਾਜ ਦੇ ਹਜ਼ੂਰ ਲੈ ਕੇ ਜਮਦੂਤ ਪਹੁੰਚ ਗਏ ਤਾਂ ਉਸ ਦਾ ਲੇਖਾ ਚਿੱਤਰਗੁਪਤਾ ਨੇ ਦਿਖਾਇਆ। ਸਾਰੇ ਪਾਪ ਹੀ ਨਿਕਲਣ, ਪੁੰਨ ਕੋਈ ਨਹੀਂ ਸੀ। ਹੁਕਮ ਇਹ ਹੋਇਆ ਕਿ ਇਸ ਨੂੰ ਕੁੰਭੀ ਨਰਕ ਵਿੱਚ ਲੈ ਜਾਓ ਤੇ ਉੱਥੇ ਇਸ ਨੂੰ ਨਰਕਾਂ ਦੀ ਸਜ਼ਾ ਮਿਲੇ। ਉਸੇ ਵੇਲੇ ਹੀ ਹੁਕਮ ਦੀ ਤਾਮੀਲ ਹੋ ਗਈ ਤੇ ਹਰੀਦਾਸ ਨੂੰ ਕੁੰਭੀ ਨਰਕ ਵਿੱਚ ਪਾਇਆ ਗਿਆ। ਕੁੰਭੀ ਨਰਕ ਵਿੱਚ ਸਾਰੇ ਜੀਵ ਤਰਾ ਤਰਾ ਕਹਿ ਕੇ ਪੁਕਾਰ ਰਹੇ ਸਨ। ਜਿਸ ਵੇਲੇ ਇਸ ਨੂੰ ਉੱਥੇ ਪਾਇਆ ਗਿਆ ਤਾਂ ਸਾਰੇ ਹੀ ਜੀਵ ਸ਼ਾਂਤੀ ਨੂੰ ਪ੍ਰਾਪਤ ਹੋ ਗਏ। ਜਿਵੇਂ ਤੱਤੇ ਤਵੇ ਤੇ ਪਾਣੀ ਪੈਣ ਕਰਕੇ ਸ਼ਾਂਤੀ ਨੂੰ ਪ੍ਰਾਪਤ ਹੋ ਜਾਂਦਾ ਹੈ, ਇਸੇ ਤਰ੍ਹਾਂ ਹੀ ਸਾਰੇ ਨਰਕੀ ਜੀਵ ਚੁੱਪਚਾਪ ਹੋ ਗਏ। ਦੂਤਾਂ ਨੇ ਧਰਮਰਾਜ ਦੇ ਪਾਸ ਜਾ ਕੇ ਆਖਿਆ, ਜੀ ਮਹਾਰਾਜ, ਉਸ ਪਾਪੀ ਦੇ ਪੈਣ ਦੀ ਢਿੱਲ ਸੀ ਕਿ ਸਾਰੇ ਨਰਕੀ ਜੀਵਾਂ ਨੂੰ ਠੰਡ ਪੈ ਗਈ ਤੇ ਉਹਨਾਂ ਦੇ ਸਭ ਕਲੇਸ਼ ਦੂਰ ਹੋ ਗਏ ਹਨ ਤੇ ਨਰਕ ਸੀਤਲ ਹੋ ਗਿਆ ਹੈ। ਰਾਜੇ ਧਰਮਰਾਜ ਨੇ ਉਸ ਨੂੰ ਮੁੜ ਫੇਰ ਬੁਲਾ ਕੇ ਉਸ ਦੇ ਬਹੀ ਖਾਤੇ ਕੱਢ ਕੇ ਦੇਖੇ ਤਾਂ ਵੀ ਕੋਈ ਪੁੰਨ ਨਾ ਦੇਖਿਆ। ਇਸ ਲਈ ਉਸ ਨੂੰ ਦੁਬਾਰਾ ਨਰਕਾਂ ਵਿੱਚ ਪਾ ਦਿੱਤਾ। ਜਿਸ ਤਰ੍ਹਾਂ ਹੀ ਹਰੀਦਾਸ ਨੂੰ ਨਰਕਾਂ ਵਿੱਚ ਫੇਰ ਪਾਇਆ ਗਿਆ ਤਾਂ ਨਰਕ ਫੇਰ ਸੀਤਲ ਹੋ ਗਿਆ। ਇਸੇ ਹੀ ਤਰ੍ਹਾਂ 3 ਵਾਰੀ ਨਰਕਾਂ ਵਿੱਚੋਂ ਕੱਢ ਕੇ ਫੇਰ ਪਾਇਆ, ਪਰ ਪਤਾ ਨਾ ਲੱਗਾ ਕਿ ਕੀ ਕਾਰਨ ਹੈ। ਜਦੋਂ ਫਿਰ ਧਰਮਰਾਜ ਨੇ ਚੰਗੀ ਤਰ੍ਹਾਂ ਵਿਚਾਰਿਆ ਤਾਂ ਪਤਾ ਲੱਗਾ ਕਿ ਇਸ ਦੇ ਉੱਪਰ ਸੰਤਾਂ ਦੇ ਚਰਨਾਂ ਦੀ ਧੂੜ ਪਈ ਹੈ। ਇਸ ਕਰਕੇ ਇਸ ਦੇ ਪੈਣ ਕਰਕੇ ਨਰਕ ਸੀਤਲ ਹੋ ਜਾਂਦਾ ਹੈ। ਇਸੇ ਕਰਕੇ ਪੰਚਮ ਪਾਤਸ਼ਾਹ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿ ਰਹੇ ਹਨ ਕਿ ਅੰਤਰਜਾਮੀ ਪੁਰਖ ਵਿਧਾਤੇ ਸਰਧਾ ਮਨ ਕੀ ਪੂਰੇ, ਨਾਨਕ ਦਾਸ ਇਹ ਹੈ ਸੁਖ ਮੰਗੈ, ਮੋਕੋ ਕਰ ਸੰਤਨ ਕੀ ਧੂਰੇ। ਗੁਰੂ ਜੀ ਫਰਮਾ ਰਹੇ ਹਨ, ਹੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸਰਵ ਵਿਆਪਕ ਸਿਰਜਣਹਾਰ, ਮੇਰੇ ਮਨ ਦੀ ਇੱਛਾ ਪੂਰੀ ਕਰੋ। ਦਾਸ ਨਾਨਕ ਤੇਥੋਂ ਇਹੀ ਸੁਖ ਮੰਗਦਾ ਹੈ ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ। ਸੋ ਇਸ ਲਈ ਸਾਧ ਸੰਗਤ ਜੀ, ਮਹਾਤਮਾ ਦੀ ਧੂੜੀ ਹੀ ਕਰੋੜਾਂ ਜੀਵਾਂ ਦੀ ਗਤੀ ਕਰ ਸਕਦੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਹੇ ਮੇਰੇ ਮਿੱਤਰ ਜੀ, ਜਿਹੜੇ ਪੁਰਸ਼ ਸਤ ਸੰਗਤ ਕਰਦੇ ਹਨ ਸੋਈਓ ਤਰ ਜਾਂਦੇ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਸਿੱਖ ਬੜਾ ਪ੍ਰੇਮੀ ਸੀ, ਜਿਸ ਦਾ ਨਾਂ ਮਾਧੋ ਸੀ। ਪੱਛਮ ਪਾਸੇ ਵੱਲ ਜਾ ਕੇ ਗੁਰੂ ਕੀ ਸਿੱਖੀ ਨੂੰ ਕੌੜੀ ਵੇਲ ਵਾਂਗੂ ਵਧਾਉਂਦਾ ਰਿਹਾ ਤੇ ਸਾਰੇ ਹੀ ਕਸ਼ਮੀਰ ਦੇਸ਼ ਦੇ ਵਿੱਚ ਉੱਘਾ ਕਰਾਮਾਤੀਆ
ਪ੍ਰਗਟ ਹੋ ਗਿਆ ਸੀ। ਸੋ ਉਹਨਾਂ ਦੇ ਇੱਕ ਵੱਡੇ ਧਨਾੜ ਪੁਰਖ ਦਾ ਪੁੱਤਰ ਸ਼ਾਹੂਕਾਰ ਸਿੱਖ ਹੋਇਆ। ਉਹ ਲੜਕਾ ਵੱਡੀ ਵੱਡੀ ਰਾਤ ਤੱਕ ਮਾਧੋ ਜੀ ਪਾਸ ਬੈਠਾ ਰਿਹਾ ਕਰਦਾ ਤੇ ਵੱਡੀ ਭਾਰੀ ਸੇਵਾ ਕਰਦਾ ਰਿਹਾ। ਵੱਡੇ ਪ੍ਰੇਮ ਨਾਲ ਕਥਾ ਵਾਰਤਾ ਸੁਣਿਆ ਕਰਦਾ। ਸਿੱਖ ਸੰਗਤ ਗਊ ਗਰੀਬ ਦੀ ਸੇਵਾ ਕਰਿਆ ਕਰੇ, ਸੰਤਾਂ ਦੀ ਮੁੱਠੀ ਚਾਪੀ ਕਰੇ। ਕਈ ਦਿਨ ਅੱਧੀ ਅੱਧੀ ਰਾਤ ਤੱਕ ਸਤ ਸੰਗਤ ਵਿੱਚ ਰਿਹਾ ਕਰੇ। ਇੱਕ ਦਿਨ ਵਾਹਿਗੁਰੂ ਜੀ ਦੀ ਮਰਜ਼ੀ ਨਾਲ ਸਤ ਸੰਗਤ ਕਰਦੇ ਕਰਦੇ ਵੱਡੀ ਲੰਮੀ ਗੱਲ ਦਾ ਪ੍ਰਸੰਗ ਹੋਣ ਕਰਕੇ ਅੱਧੀ ਰਾਤ ਨਾਲੋਂ ਵੀ ਉੱਤੇ ਬੀਤ ਗਈ ਤੇ ਸਿੱਖ ਆਪਣੇ ਘਰ ਨੂੰ ਮੁੜਿਆ ਆ ਰਿਹਾ ਸੀ। ਅੱਗੇ ਕਿਸੇ ਚੋਰ ਨੇ ਨਗਰ ਥਾਂ ਕਿਸੇ ਦੀ ਚੋਰੀ ਕੀਤੀ ਤੇ ਨੱਠ ਗਿਆ। ਉਸ ਦੇ ਮਗਰ ਮਗਰ ਉਸ ਦੀ ਭਾਲ ਵਿੱਚ ਪੁਲਿਸ ਦੇ ਸਿਪਾਹੀ ਤੇ ਘਰ ਵਾਲੇ ਇੱਧਰ ਉੱਧਰ ਨੱਠੇ ਫਿਰਦੇ ਸੀ। ਅੱਗੋਂ ਇਹ ਪ੍ਰੇਮੀ ਸਹਿਜ ਸੁਭਾਅ ਆ ਰਿਹਾ ਸੀ। ਉਹਨਾਂ ਨੇ ਇਸੇ ਨੂੰ ਹੀ ਚੋਰ ਜਾਣ ਕੇ ਗ੍ਰਿਫਤਾਰ ਕਰ ਲਿਆ ਤੇ ਕੈਦਖਾਨੇ ਵੱਲ ਲੈ ਤੁਰੇ। ਉਸ ਸ਼ਾਹੂਕਾਰ ਦੇ ਲੜਕੇ ਨੇ ਕਿਹਾ ਕਿ ਮੈਂ ਚੋਰ ਨਹੀਂ ਹਾਂ, ਮੈਂ ਤਾਂ ਹਰਨਾਮ ਦਾਸ ਸ਼ਾਹੂਕਾਰ ਦਾ ਪੁੱਤਰ ਹਾਂ, ਇਸ ਲਈ ਮੈਨੂੰ ਛੱਡ ਦਿਓ। ਮੈਂ ਚੋਰ ਨਹੀਂ, ਸੰਤਾਂ ਦੇ ਪਾਸੋਂ ਕਥਾ ਸੁਣ ਕੇ ਆ ਰਿਹਾ ਹਾਂ। ਅੱਜ ਜਰਾ ਕੁ ਚਿਰ ਲੱਗ ਗਿਆ ਸੀ। ਦੀਵਾਨ ਜੁੜਿਆ ਹੋਇਆ ਸੀ ਤੇ ਕਥਾ ਪ੍ਰਸੰਗ ਵੱਡੇ ਵਿਸਥਾਰ ਨਾਲ ਚੱਲ ਰਿਹਾ ਸੀ, ਇਸ ਕਰਕੇ ਦੇਰੀ ਨਾਲ ਆਇਆ ਹਾਂ। ਉਹ ਸਿਪਾਹੀ ਉਸ ਨੂੰ ਪਕੜੇ ਹੋਏ ਹੀ ਉਸ ਦੇ ਮਾਂ-ਪਿਓ ਦੇ ਘਰ ਲੈ ਗਏ ਤੇ ਜਾ ਕੇ ਆਵਾਜ਼ ਮਾਰ ਕੇ ਕਿਹਾ ਕਿ ਇਹ ਜੋ ਤੁਹਾਡਾ ਪੁੱਤਰ ਹੈ ਇਹ ਚੋਰ ਹੈ। ਇਹ ਗੱਲ ਸੁਣ ਕੇ ਉਸ ਬਾਲਕ ਦੇ ਮਾਤਾ-ਪਿਤਾ, ਜਿਹੜੇ ਅੱਗੇ ਹੀ ਨਾਰਾਜ਼ ਸਨ, ਹੁਣ ਨਾਲ ਚੋਰ ਦਾ ਸ਼ਬਦ ਸੁਣ ਕੇ ਬਹੁਤ ਹੀ ਕੰਬ ਗਏ ਤੇ ਆਖਣ ਲੱਗੇ ਕਿ ਸਾਡਾ ਕੋਈ ਪੁੱਤਰ ਨਹੀਂ। ਬੇਸ਼ੱਕ ਇਹ ਸਾਡੇ ਘਰ ਜੰਮਿਆ ਸੀ, ਪਰ ਇਸ ਦੇ ਚਾਲ ਚੱਲਣ ਭੈੜੇ ਹਨ ਤੇ ਸਾਡੇ ਆਖੇ ਵਿੱਚ ਨਹੀਂ ਹੈ। ਜਿੱਧਰ ਜੀ ਕਰੇ ਚਲਾ ਜਾਂਦਾ ਹੈ। ਇਸ ਕਰਕੇ ਇਹ ਸਾਡਾ ਪੁੱਤਰ ਨਹੀਂ ਤੇ ਨਾ ਹੀ ਅਸੀਂ ਇਸ ਦੇ ਮਾਪੇ ਹਾਂ। ਜਿੱਧਰ ਜੀ ਕਰੇ ਲੈ ਜਾਓ। ਸਾਡਾ ਇਸ ਦਾ ਬੇਦਾਵਾ ਫਾਰਖਤੀ ਹੋ ਚੁੱਕੀ ਹੈ। ਜੋ ਜੀ ਕਰੇ ਸੋ ਸਰਕਾਰ ਕਰੇ ਤੇ ਜਿਨ੍ਹਾਂ ਦੀ ਚੋਰੀ ਕੀਤੀ ਸੋ ਉਹ ਵੀ ਜੋ ਮਰਜ਼ੀ ਹੈ ਸੋ ਕਰਨ। ਸਾਡਾ ਕੋਈ ਲਾਗਾ ਦੇਗਾ ਨਹੀਂ ਹੈ। ਜਦੋਂ ਉਸ ਦੇ ਪਿਤਾ ਨੇ ਇਸ ਤਰ੍ਹਾਂ ਨਾਲ ਸਾਫ਼ ਜਵਾਬ ਦਿੱਤਾ ਤਾਂ ਪੁਲਿਸ ਦੇ ਸਾਰਜੈਂਟ ਨੂੰ ਬਹੁਤ ਹੀ ਸ਼ੱਕ ਪੈ ਗਿਆ ਤੇ ਇਹ ਜਾਣਿਆ ਕਿ ਇਹੀ ਪੱਕਾ ਚੋਰ ਹੈ। ਫਿਰ ਕੋਤਵਾਲੀ ਵੱਲ ਲੈ ਤੁਰੇ। ਫਿਰ ਉਸ ਬਾਲਕ ਜੀ ਭਿਆਣੇ ਨੇ ਕਿਹਾ ਕਿ ਹੇ ਮਹਾਰਾਜ ਜੀ, ਮੇਰਾ ਹਾਲ ਚੱਲ ਕੇ ਸੰਤ ਮਾਧੋ ਜੀ ਪਾਸ ਪੁੱਛੋ। ਮੈਂ ਤਾਂ ਹੁਣੇ ਹੀ ਉੱਧਰੋਂ ਆ ਰਿਹਾ ਹਾਂ। ਉਸ ਦੀ ਗੱਲ ਸੁਣ ਕੇ ਪੁਲਿਸ ਵਾਲਾ ਅਫਸਰ ਸੰਤ ਮਾਧੋ ਜੀ ਦੇ ਪਾਸ ਉਸ ਨੂੰ ਲੈ ਗਿਆ ਤੇ ਸਭ ਮਾਜਰਾ ਸੁਣਾਇਆ। ਉਹਨਾਂ ਦੀ ਗੱਲ ਸੁਣ ਕੇ ਜੋ ਸੱਚੋ ਸੱਚ ਗੱਲ ਸੀ ਉਹ ਸੰਤਾਂ ਨੇ ਉਹਨਾਂ ਨੂੰ ਸੁਣਾ ਦਿੱਤੀ ਕਿ ਇਹ ਬਾਲਕ ਵੱਡਾ ਭਲਾ ਲੋਕ ਸੰਤਾਂ ਦੀ ਸੇਵਾ ਕਰਨ ਹਾਰਾ ਹੈ। ਇਸ ਕਰਕੇ ਸਾਡੇ ਪਾਸੋਂ ਅੱਧੀ ਅੱਧੀ ਰਾਤੀ ਕਈ ਦਿਨ ਜਾਂਦਾ ਹੈ, ਪਰ ਇਸ ਦੇ ਮਾਤਾ ਪਿਤਾ ਨਾਰਾਜ਼ ਹਨ। ਤਾਂ ਉਸ ਹਾਕਮ ਨੇ ਜਾਣਿਆ ਕਿ ਜੋ ਇਹ ਸਾਧ ਹਨ, ਖਬਰੇ ਦਇਆ ਧਾਰ ਕੇ ਝੂਠ ਹੀ ਕਹਿ ਦਿੱਤਾ ਹੋਵੇਗਾ ਤਾਂ ਕਿ ਇਸ ਦੀ ਰੱਖਿਆ ਹੋ ਸਕੇ। ਗੱਲ ਮੁੱਕਦੀ ਇਹ ਹੋਈ ਕਿ ਉਸ ਬਾਲਕ ਨੂੰ ਪਕੜ ਕੇ ਅਦਾਲਤ ਵਿੱਚ ਵੱਡੇ ਹਾਕਮ ਦੇ ਪਾਸ ਲੈ ਗਏ ਤੇ ਉਸ ਨੂੰ ਚੋਰ ਸਬੂਤ ਹੋ ਜਾਣ ਕਰਕੇ ਉਸ ਨੂੰ ਫਾਂਸੀ ਦੀ ਆਗਿਆ ਦਿੱਤੀ। ਜਲਾਦ ਅੱਗੇ ਹੀ ਤਿਆਰ ਸੀ। ਉਹਨਾਂ ਨੇ ਝਟਪਟ ਸ਼ੀਘਰ ਹੀ ਰੱਸੀ ਉਸ ਬਾਲਕ ਦੇ ਗਲ ਵਿੱਚ ਪਾ ਕੇ ਫੱਟੇ ਤੇ ਚਾੜ ਕੇ ਹੇਠੋਂ ਖਿੱਚ ਲਿਆ। ਜਿਸ ਤਰ੍ਹਾਂ ਹੀ ਹੇਠੋਂ ਖਿੱਚਿਆ ਉਹ ਰੱਸੀ ਟੁੱਟ ਗਈ ਤੇ ਉਸ ਬਾਲਕ ਦਾ ਵਾਲ ਵੀ ਵਿੰਗਾ ਨਾ ਹੋਇਆ। ਫਿਰ ਉਹਨਾਂ ਨੇ ਲੋਹੇ ਦੀ ਸੂਲੀ ਤੇ ਚੜਾਇਆ ਤਾਂ ਉਹ ਵੀ ਪਾਣੀ ਵਾਂਗੂ ਢਲ ਗਈ। ਫਿਰ ਬਾਂਸ ਦੀ ਸੂਲੀ ਤੇ ਫਾਂਸੀ ਦੇਣ ਲੱਗੇ ਤਾਂ ਉਹ ਵੀ ਹਰਿਆ ਹੋ ਗਿਆ ਤੇ ਰੇਸ਼ਮ ਵਰਗੀ ਕੂਲੀ ਹੋ ਗਈ ਅਤੇ ਮੁੜ ਕੇ ਧਰਤੀ ਦੇ ਨਾਲ ਲੱਗ ਗਈ। ਇਸ ਮਾਜਰੇ ਨੂੰ ਦੇਖ ਕੇ ਸਭ ਰਾਜੇ ਮਹਾਰਾਜੇ ਹੈਰਾਨ ਹੋ ਗਏ। ਉਸ ਦੇ ਚਰਨਾਂ ਤੇ ਮੱਥਾ ਟੇਕਣ ਲੱਗੇ। ਫਿਰ ਉਸ ਬਾਲਕ ਨੇ ਆਖਿਆ, ਹੇ ਭਾਈ, ਤੁਸੀਂ ਮੇਰੀ ਚਰਨੀ ਕੀ ਲੱਗਦੇ ਹੋ? ਸੰਤ ਮਾਧੋ ਦਾਸ ਜੀ ਦੇ ਪਾਸ ਜਾਓ ਤੇ ਉਹਨਾਂ ਦੀ ਚਰਨੀ ਲੱਗੋ। ਇਹ ਸਭ ਪ੍ਰਤਾਪ ਤੇ ਸ਼ਕਤੀ ਉਹਨਾਂ ਦੀ ਹੀ ਹੈ। ਬਾਲਕ ਦੀ ਗੱਲ ਸੁਣ ਕੇ ਉਹ ਸਾਰੇ ਜਾਣੇ ਰਾਜੇ ਦੇ ਸਮੇਤ ਸੰਤ ਮਾਧੋ ਦਾਸ ਜੀ ਦੇ ਪਾਸ ਆਏ ਤੇ ਉਹਨਾਂ ਦੇ ਚਰਨੀ ਲੱਗੇ ਤੇ ਸਿੱਖ ਬਣ ਗਏ। ਫਿਰ ਜਿਸ ਵੇਲੇ ਮਾਧੋ ਦਾਸ ਜੀ ਸੰਗਤ ਨੂੰ ਨਾਲ ਲੈ ਕੇ
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਪਾਸ ਆਏ ਤਾਂ ਮਹਾਰਾਜ ਜੀ ਨੇ ਕਿਹਾ, ਧੰਨ ਭਾਈ ਮਾਧੋ ਦਾਸ ਜੀ ਤੇ ਧੰਨ ਤੇਰੇ ਸਿੱਖਾਂ ਦੀ ਕਮਾਈ ਹੈ। ਸੋ ਸਾਧ ਸੰਗਤ ਜੀ, ਸਤ ਸੰਗਤ ਦਾ ਫਲ ਬੜਾ ਭਾਰਾ ਹੈ। ਦੇਖੋ, ਸੂਲੀ ਦੀ ਰੱਸੀ ਟੁੱਟੀ, ਫਿਰ ਲੋਹੇ ਦੀ ਤਾਰ ਟੁੱਟੀ, ਬਾਂਸ ਹਰਿਆ ਹੋ ਗਿਆ। ਸੋ ਸਤ ਸੰਗਤ ਕਰਨੀ ਵੱਡਾ ਉੱਤਮ ਕੰਮ ਹੈ। ਸਤ ਸੰਗਤ ਦੇ ਕਰਨ ਕਰਕੇ ਪਾਪੀ ਜੀਵਾਂ ਦਾ ਵੀ ਕਲਿਆਣ ਹੋ ਜਾਂਦਾ ਹੈ। ਇੱਕ ਜਗ੍ਹਾ ਪੰਜਵੇਂ ਪਾਤਸ਼ਾਹ ਲਿਖਦੇ ਹਨ, ਮਿਹਰ ਕਰੇ ਤਾਂ ਖਸਮ ਤੇ ਆਈ, ਸੰਤਾਂ ਸੰਗਤ ਨਰਕ ਨਾ ਪਾਈ। ਪਰਮਾਤਮਾ ਆਪ ਮਿਹਰ ਕਰੇ ਤਾਂ ਹੀ ਮੈਂ ਉਸ ਖਸਮ ਪ੍ਰਭੂ ਨੂੰ ਸਿਮਰ ਸਕਦਾ ਹਾਂ। ਜਿਹੜਾ ਮਨੁੱਖ ਸਿਮਰਦਾ ਹੈ ਉਹ ਸੰਤ ਜਨਾਂ ਦੀ ਸੰਗਤ ਵਿੱਚ ਰਹਿ ਕੇ ਨਰਕ ਵਿੱਚ ਨਹੀਂ ਪੈਂਦਾ। ਤੇ ਸਾਧ ਸੰਗਤ ਜੀ, ਮਿਹਰ ਤਾਂ ਹੁੰਦੀ ਹੈ ਜੇ ਬੰਦਾ ਉਦਮ ਕਰੇ, ਸਤਸੰਗ ਕਰੇ, ਗੁਰਦੁਆਰੇ ਜਾ ਕੇ ਸੇਵਾ ਕਰੇ, ਤਦ ਹੀ ਪਰਮਾਤਮਾ ਦੀ ਉਸ ਉੱਪਰ ਮਿਹਰ ਹੁੰਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।